ਨਿਸ਼ਾਨੀ ਛੰਦ। ਇੱਕ ਦਿਨ ਬੈਠੇ ਗੁਰ ਮਹਾਰਾਜ, ਚੌਂਦਿਸ਼ ਸੇਵਕ ਸਭਾ ਸਮਾਜ। ਚੌਂਕੀ ਭਾਈ ਬਿਲਾਵਲ ਕੇਰੀ, ਗਾਵੇਂ ਰਾਗੀ ਪ੍ਰੀਤ ਕਨੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਪਿਛਲੇ ਪੈਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਇਕੱਤਰ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਪੂਰਬਲੇ ਜਨਮਾਂ ਦੇ ਕੋਈ ਚੰਗੇ ਕੀਤੇ ਕਰਮ ਅੰਕੁਰਿਤ ਹੋਏ ਨੇ, ਫਲੀਭੂਤ ਹੋਏ ਹਨ, ਜਿਸ ਦਾ ਫਲ ਸਵਰੂਪ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਹੋ ਰਹੇ ਨੇ। ਜਿਨ ਕੇ ਭਾਗ ਬੜੇ ਹੈ ਭਾਈ, ਤਨ ਸਾਧੂ ਸੰਗ ਮੁਖ ਜੁਰੇ। ਜਿਨ੍ਹਾਂ ਦੇ ਵੱਡੇ ਭਾਗ ਨੇ, ਤਿਨਾਂ ਨੂੰ ਸਾਧ ਸੰਗਤ ਦੀਆਂ ਪਿਆਰੀਆਂ ਪਵਿੱਤਰ ਘੜੀਆਂ ਪ੍ਰਾਪਤ ਹੁੰਦੀਆਂ ਹਨ। ਅੱਜ ਸਾਵਣ ਦੇ ਮਹੀਨੇ ਦੀ ਸੰਕਰਾਂਤ ਦਾ ਦਿਨ ਹੈ। ਰਾਗ ਮਲਾਰ ਸੋਹਣਾ ਕੀਰਤਨ ਭਾਈ ਰਾਗੀ ਸਿੰਘ ਗਾਇਨ ਕਰਕੇ ਗਏ ਨੇ। ਸਾਵਣ ਆਇਆ ਹੈ ਸਖੀ ਜਲ ਹਰ ਬਰਸਨਹਾਰ। ਪੰਜਵੇਂ ਪਾਤਸ਼ਾਹ ਦੇ ਬਚਨ ਨੇ 12ਵਾਂ ਮਾਝ ਅੰਦਰ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਇਹ ਸਾਵਣ ਦਾ ਮਹੀਨਾ ਰਸ ਭਰਿਆ ਉਹਨਾਂ ਕਾਮਣੀਆਂ ਜਗਿਆਸੂਆਂ ਜੀਵ ਰੂਪੀ ਇਸਤਰੀਆਂ ਲਈ ਹੈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਆਸਰਾ ਹੈ, ਆਧਾਰ ਹੈ। ਪਰ ਜਿਨ੍ਹਾਂ ਦਾ ਮਨ ਔਰ ਤਨ ਸਾਹਿਬ ਦੇ ਸੱਚੇ ਰੰਗ ਵਿੱਚ ਰੰਗਿਆ ਹੋਇਆ ਹੈ, ਉਹ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਨ। ਔਰ ਸਾਵਣ ਦਾ ਇਹ ਮਹੀਨਾ ਉਹਨਾਂ ਸੁਹਾਗਣਾਂ ਲਈ ਸੁਖ ਹੰਡਣਾ ਹੈ, ਸੁਹਾਵਣਾ ਹੈ, ਜਿਨ੍ਹਾਂ ਤੇ ਮੇਰੇ ਪਾਤਸ਼ਾਹ ਦਾ ਤਰਸ ਵਰਤਦਾ ਹੈ। ਗੁਰੂ ਚਰਨਾਂ ਚ ਰਜੋਈ ਹੈ, ਮਹਾਰਾਜ ਇਹ ਮਹੀਨਾ ਆਪ ਜੀ ਦੀ ਸੰਗਤ ਕਰਦਿਆਂ, ਸੇਵਾ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ, ਆਪ ਜੀ ਦੇ ਦਰਸ਼ਨ ਦਿਦਾਰੇ ਕਰਦਿਆਂ ਸੁੱਖਾਂ ਦਾ ਬਤੀਤ ਹੋਵੇ। ਜਿੱਥੇ ਅੱਜ ਸਾਵਣ ਦੀ ਸੰਕਰਾਂਤ ਦਾ ਦਿਨ ਹੈ, ਉੱਥੇ ਅੱਜ ਨਾਲ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਗੁਰੂ ਘਰ ਦੇ ਮਹਾਨ ਸ਼ਹੀਦ, ਜਿਨ੍ਹਾਂ ਨੂੰ ਨਿਤਾ ਪ੍ਰਤੀ ਅਸੀਂ ਅਰਦਾਸ ਵਿੱਚ ਚੇਤੇ ਕਰਦੇ ਹਾਂ। 26 ਸਾਲ ਦੇ ਨੇੜੇ ਚੜ੍ਹਦੀ ਜਵਾਨੀ ਦੀ ਉਮਰ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੂਲਾ ਨਗਰ ਹੈ, ਜਿੱਥੋਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ। ਦੋਸ਼ ਇਹ ਲਾਇਆ ਗਿਆ ਕਿ ਤੁਸੀਂ ਜਿਹੜੇ ਸਰਕਾਰ ਦੇ ਬਾਗੀ ਨੇ, ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ। ਹਾਲਾਂਕਿ ਭਾਈ ਸਾਹਿਬ ਜੀ ਵੱਲੋਂ ਲਾਇਆ ਹੋਇਆ ਲੰਗਰ ਹਰ ਇੱਕ ਪ੍ਰਾਣੀ ਮਾਤਰ ਲਈ ਸਾਂਝਾ ਸੀ, ਪਰ ਦਵੈਸ਼ੀ, ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਈ। ਦੁਸ਼ਮਣ ਨੇ ਹਮੇਸ਼ਾ ਅਣਹੋਈ ਬਾਤ ਕਰਨੀ ਹੁੰਦੀ ਹੈ। ਸਾਹਿਬ ਰਾਏ ਚੌਧਰੀ ਵਰਗਿਆਂ ਨੇ ਸ਼ਿਕਾਇਤਾਂ ਕੀਤੀਆਂ ਸਨ। ਭਾਈ ਸਾਹਿਬ ਜੀ ਨੂੰ ਪਕੜ ਕੇ ਜਦੋਂ ਲਾਹੌਰ ਲਿਜਾਇਆ ਜਾਣ ਲੱਗਾ ਤੇ ਰਸਤੇ 'ਚ ਪੜਾਣੇ ਨਗਰ 'ਚ ਉਤਾਰਾ ਹੋਇਆ।
ਇਹਨਾਂ ਦੀ ਭੈਣ ਬੀਬੀ ਤਾਰੋ ਨੂੰ ਵੀ ਨਾਲ ਗ੍ਰਿਫਤਾਰ ਕਰਕੇ ਲਿਆਂਦਾ ਸੀ। ਪੜਾਣੇ ਦੇ ਸਿੱਖਾਂ ਨੇ ਕੁਝ ਮਾਇਆ ਸਿਪਾਹੀਆਂ ਨੂੰ ਦੇ ਕੇ ਬੀਬੀ ਜੀ ਨੂੰ ਛੁਡਾ ਲਿਆ। ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲਿਜਾਇਆ ਗਿਆ। ਸੂਬਾ ਲਾਹੌਰ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਜੀ ਨੂੰ ਕਹਿਣ ਲੱਗਾ, ਤੇਰੀ ਚੜ੍ਹਦੀ ਜਵਾਨੀ ਹੈ, ਇਸਲਾਮ ਕਬੂਲ ਕਰ ਲੈ, ਜ਼ਿੰਦਗੀ ਮਾਣੇਗਾ। ਭਾਈ ਸਾਹਿਬ ਨੇ ਆਖਿਆ ਕਿ ਜੇ ਇਸਲਾਮ ਕਬੂਲ ਕਰਨ ਵਾਲੇ ਜਿਹੜੇ ਲੋਕ ਨੇ ਕਿ ਉਹ ਕਦੇ ਮਰਦੇ ਨਹੀਂ, ਕਿ ਉਹਨਾਂ ਦੀ ਕਦੇ ਮੌਤ ਨਹੀਂ ਹੁੰਦੀ। ਜੇ ਉਹਨਾਂ ਵੀ ਮਰ ਜਾਣਾ ਹੈ ਤੇ ਫਿਰ ਮੈਂ ਆਪਣੇ ਸਿੱਖ ਧਰਮ 'ਚ ਪੱਕਾ ਰਹਿ ਕੇ ਆਪਣਾ ਆਪਾ ਸਿੱਖੀ ਕੇਸਾਂ ਸਵਾਸਾਂ ਨਾਲ ਕਿਉਂ ਨਾ ਨਿਭਾਵਾਂ, ਸਿੱਖੀ ਨੂੰ ਕਿਉਂ ਨਾ ਨਿਭਾਵਾਂ, ਆਪਣਾ ਆਪਾ ਕੁਰਬਾਨ ਕਿਉਂ ਨਾ ਕਰਾਂ। ਕਹਿੰਦਾ ਜਿਨ੍ਹਾਂ ਕੇਸਾਂ ਤੇ ਤੂੰ ਮਾਣ ਕਰਦਾ, ਜ਼ਕਰੀਆ ਬੋਲਿਆ ਕਿ ਜਿਨ੍ਹਾਂ ਕੇਸਾਂ ਤੇ ਤੂੰ ਮਾਣ ਕਰਦਾ, ਬੜੀ ਭੱਦੀ ਸ਼ਬਦਾਵਲੀ ਵਰਤ ਕੇ ਕਹਿੰਦਾ ਇਹ ਕੇਸ ਮੈਂ ਤੇਰੇ ਸਿਰ ਤੇ ਰਹਿਣ ਨਹੀਂ ਦੇਣੇ। ਭਾਈ ਸਾਹਿਬ ਆਖਿਆ ਕਿ ਜੇ ਮੇਰਾ ਗੁਰੂ ਰੱਖਣਾ ਚਾਹੇ ਤੇ ਫਿਰ ਤੇਰੀ ਕੀ ਮਜਾਲ ਹੈ। ਨਾਈ ਸੱਦ ਕੇ ਕੇਸ ਕੱਟਣ ਦਾ ਹੁਕਮ ਕੀਤਾ। ਨਾਈ ਭਾਈ ਸਾਹਿਬ ਜੀ ਦੇ ਕੇਸ ਕਤਲ ਨਹੀਂ ਕਰ ਸਕਿਆ। ਸਣੇ ਖੋਪਰ ਭਾਈ ਸਾਹਿਬ ਜੀ ਦੇ ਕੇਸਾਂ ਸਮੇਤ ਖੋਪਰ ਲਾ ਕੇ ਮੋਚੀ ਨੇ ਰੰਬੀ ਨਾਲ ਵੱਖਰੇ ਕਰ ਦਿੱਤੇ। ਆਖਿਆ ਵੇਖ ਕੇਸ ਤੇਰੇ ਵੱਖਰੇ ਕਰ ਦਿੱਤੇ। ਕਹਿੰਦੇ ਕੇਸ ਤਾਂ ਮੇਰੇ ਧੜ ਨਾਲ ਹੀ ਰਹੇ ਨੇ, ਤੂੰ ਖੋਪਰ ਵੱਖਰਾ ਕੀਤਾ ਨਾ ਕਿ ਕੇਸ। ਮੇਰੀ ਸਿੱਖੀ ਤਾਂ ਮੇਰੇ ਗੁਰੂ ਨੇ ਸਿੱਖੀ ਕੇਸਾਂ ਸਵਾਸਾਂ ਸਹਿਤ ਨਿਭਾ ਲਈ। ਤੈਨੂੰ ਅੱਗੇ ਕੋਈ ਉਸਤਾਦ ਨਹੀਂ ਟੱਕਰਿਆ। ਹਕੀਕਤ ਰਾਏ ਤੇ ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਪਾਪ ਤੈਨੂੰ ਹਜਮ ਹੋ ਗਿਆ। ਜਰਵਾਣਿਆ ਮੈਂ ਵੀ ਬਚਨ ਕਰਦਾ, ਤੈਨੂੰ ਆਪਣੀ ਜੁੱਤੀ ਅੱਗੇ ਲਾ ਕੇ ਲੈ ਕੇ ਜਾਵਾਂਗੇ ਤਾਂ ਸਰੀਰ ਛੱਡਾਂਗੇ। ਚੁੱਕ ਕੇ ਬਾਹਰ ਧਰਮਸ਼ਾਲਾ 'ਚ ਸੁੱਟ ਦਿੱਤਾ ਕਿ ਆਪੇ ਤੜਫਦਾ ਰਹੇਗਾ। ਭਾਈ ਸਾਹਿਬ ਜੀ ਦੇ ਸਰੀਰ ਦੀ ਸੇਵਾ ਸੰਭਾਲ ਉੱਥੇ ਧਰਮਸ਼ਾਲਾ ਵਿੱਚ ਕੁਝ ਸੱਜਣਾ ਨੇ ਕੀਤੀ। 22 ਦਿਨ ਤੱਕ ਭਾਈ ਸਾਹਿਬ ਜੀ ਸਰੀਰ ਕਰਕੇ ਰਹੇ। ਖੋਪਰ ਉੱਤਰ ਜਾਣ ਤੋਂ ਬਾਅਦ ਔਰ ਉਧਰ ਜੋ ਬਚਨ ਕੀਤਾ ਸੀ ਉਹ ਵੀ ਪੂਰਾ ਹੋਣਾ ਸੀ। ਜ਼ਕਰੀਆ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਨੀਮ ਹਕੀਮ ਸੱਦੇ, ਇਲਾਜ ਨਹੀਂ ਹੋ ਸਕਿਆ। ਭਾਈ ਸੁਬੇਗ ਸਿੰਘ ਜੰਬਰ ਨੂੰ ਕਹਿੰਦਾ ਤੂੰ ਤਾਂ ਸਿੰਘਾਂ ਦੇ ਵਿੱਚ ਵਿਚਰਦਾ, ਲੱਗਦਾ ਮੇਰੇ ਤੇ ਕੋਈ ਇਹਨਾਂ ਦੀ ਕਰੋਪੀ ਆ ਗਈ। ਸੁਬੇਗ ਸਿੰਘ ਨੇ ਆਖਿਆ ਜ਼ਕਰੀਆ ਤੂੰ ਬੜੇ ਜ਼ੁਲਮ ਕੀਤੇ ਨੇ, ਤੂੰ ਤਾਂ 17 ਸਾਲ ਦੇ ਬਾਲਕ ਹਕੀਕਤ ਰਾਏ ਵਰਗਿਆਂ ਨੂੰ ਨਹੀਂ ਛੱਡਿਆ। 90 ਸਾਲ ਦੀ ਉਮਰ ਵਿੱਚ ਭਾਈ ਮਨੀ ਸਿੰਘ ਵਰਗਿਆਂ ਨੂੰ, ਬਜ਼ੁਰਗਾਂ ਨੂੰ ਤੈਂ ਸ਼ਹੀਦ ਕੀਤਾ। ਹੁਣ ਭਾਈ ਤਾਰੂ ਸਿੰਘ ਦਾ ਖੋਪਰ ਲਾਇਆ, ਦੰਡ ਤਾਂ ਮਿਲਣਾ ਸੀ। ਕਹਿੰਦਾ ਮੈਨੂੰ ਬਚਾਓ, ਖਾਲਸਾ ਬਚਾਵੇ, ਖਾਲਸੇ ਦੀ ਸ਼ਰਨ 'ਚ ਜਾਓ। ਭਾਈ ਸੁਬੇਗ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਖਾਲਸੇ ਦੀ ਸ਼ਰਨ ਆਏ। ਖਾਲਸੇ ਨੇ ਆਖਿਆ ਭਾਈ ਤਾਰੂ ਸਿੰਘ ਦੇ ਮਾਰੇ ਨੂੰ ਅਸੀਂ ਨਹੀਂ ਰੱਖ ਸਕਦੇ। ਹੁਣ ਭਾਈ ਸਾਹਿਬ ਦੀ ਜੁੱਤੀ ਇਹਦੇ ਸਿਰ 'ਚ ਵੱਜੇਗੀ ਤਾਂ ਇਹਦਾ ਬੰਨ ਟੁੱਟੇਗਾ। ਹੁਣ ਜੁੱਤੀ ਕਿੱਥੋਂ ਲੱਭੇ? ਲਾਹੌਰ ਜਦੋਂ ਵਾਪਸ ਆਏ ਤੇ ਨਵੀਂ ਜੁੱਤੀ ਲੈ ਕੇ ਭਾਈ ਸਾਹਿਬ ਦੇ ਚਰਨਾਂ 'ਚ ਪਵਾ ਕੇ ਫਿਰ ਉਹ ਜੁੱਤੀ ਜਾ ਕੇ ਜ਼ਕਰੀਏ ਦੇ ਸਿਰ 'ਚ ਮਾਰੀ। ਸੁਬੇਗ ਸਿੰਘ ਨੇ ਆਪਣੇ ਹੱਥੀ ਤੇ ਦਾ ਬੰਨ ਟੁੱਟਿਆ। ਦਵਾਈ ਨਾਲ ਨਾ ਪਿਸ਼ਾਬ ਆਵੇ, ਰੋਜ਼ ਜਦੋਂ ਸਿਰ ਤੇ ਜੁੱਤੀਆਂ ਖਾਂਦਾ ਤੇ ਪਿਸ਼ਾਬ ਦਾ ਬੰਨ ਟੁੱਟਦਾ। ਜੁੱਤੀਆਂ ਖਾਂਦਾ ਜ਼ਕਰੀਆ ਪਰਲੋਕ ਗਮਨ ਕਰ ਗਿਆ, ਜੰਮ ਵਸ ਪੈ ਗਿਆ, ਨਰਕਗਾਮੀ ਹੋ ਗਿਆ। ਅੱਜ ਦੇ ਦਿਨ ਭਾਈ ਸਾਹਿਬ ਜੀ ਨੂੰ ਖਬਰ ਹੋਈ, ਜਪਜੀ ਸਾਹਿਬ ਦਾ ਪਾਠ ਕਰਦਿਆਂ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਆਪਣਾ 5 ਭੌਤਿਕ ਸਰੀਰ ਤਿਆਗਿਆ ਤੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਸੱਚਖੰਡ ਚਲੇ ਗਏ। ਜਿਹੜਾ ਬਚਨ ਕੀਤਾ ਸੀ ਭਾਈ ਸਾਹਿਬ ਨੇ ਆਪਣਾ ਬਚਨ ਪੂਰਾ ਮਹਾਰਾਜ ਜੀ ਨੇ ਵਰਤਾਇਆ, ਪੂਰਾ ਕੀਤਾ।
ਐਸੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਤਿਨਾਂ ਦੀ ਸ਼ਹਾਦਤ ਨੂੰ ਕੋਟि ਕੋਟि ਪ੍ਰਣਾਮ ਤੇ ਨਮਸਕਾਰ ਹੈ। ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਦਸਮੇਸ਼ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਇੱਕ ਤਕਰਾਰੀ ਲਾਂਗਰੀ ਦੀ ਪੁਕਾਰ ਸਿੰਘਾਂ ਦੇ ਪਾਸੋਂ ਸੁਣੀ ਹੈ। ਉਹਨੂੰ ਸਮਝਾਇਆ ਕਿ ਸੱਜਣਾ, ਗੁਰਸਿੱਖਾਂ ਨੂੰ ਭੋਜਨ ਛਕਾਣਾ ਅਤੀ ਉੱਤਮ ਹੈ। ਇਹ ਗੁਰੂ ਨਾਨਕ ਦਾ ਲੰਗਰ ਹੈ, ਇਹਦੇ 'ਚ ਕੋਈ ਤੋਟਾ ਨਹੀਂ ਆਉਣਾ, ਸੰਕੋਚ ਨਹੀਂ ਰੱਖਣਾ। ਜਿੰਨੀ ਜ਼ਰੂਰਤ ਹੈ ਗੁਰਸਿੱਖਾਂ ਨੂੰ ਉਹਨਾਂ ਭੋਜਨ ਛਕਾਉਣਾ। ਛਕਣ ਵਾਲਾ ਜੇ ਲੋਭ ਕਰੇ ਕਿ ਜਿੰਨੀ ਭੁੱਖ ਸੀ ਉਹਦਾ ਛਕਣ ਤੋਂ ਬਾਅਦ ਵੀ ਲੋਭ ਰੱਖੇ, ਉਹ ਵੀ ਗੁਰੂ ਕਾ ਦੇਣਦਾਰ ਹੈ। ਇਹ ਬਚਨ ਮਹਾਰਾਜ ਜੀ ਨੇ ਕੱਲ ਦੀ ਕਥਾ ਵਿੱਚ ਸਮਝਾਏ, ਆਪਾਂ ਵਿਚਾਰੇ ਨੇ। ਆਓ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ। ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇੱਕ ਦਿਨ ਬੈਠੇ ਗੁਰ ਮਹਾਰਾਜ। ਇੱਕ ਦਿਨ ਦਾ ਬਚਨ ਹੈ ਕਿ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੁਭਾਵਕ ਆਪਣੇ ਆਸਣ ਤੇ ਦੀਵਾਨ ਵਿੱਚ ਬੈਠੇ ਹਨ। ਚੌਂਦਿਸ਼ ਸੇਵਕ ਸਭਾ ਸਮਾਜ। ਮਹਾਰਾਜ ਜੀ ਦੇ ਚਾਰੇ ਪਾਸੇ ਬੇਅੰਤ ਸੇਵਕ ਸਿੱਖ ਨੇ। ਸਿੱਖਾਂ ਦਾ ਸਮੁਦਾਇ ਮਹਾਰਾਜ ਜੀ ਦੇ ਚਾਰੇ ਪਾਸੇ ਹੈ। ਚੌਂਕੀ ਪਾਈ ਬਿਲਾਵਲ ਕੇਰੀ। ਗੁਰੂ ਘਰਾਂ ਵਿੱਚ ਇਹ ਮਰਿਆਦਾ ਹੈ ਸ਼ਬਦ ਚੌਂਕੀ ਦੀ। 11 ਸ਼ਬਦ ਚੌਂਕੀਆਂ ਗੁਰੂ ਘਰ ਵਿੱਚ ਗਾਇਨ ਹੁੰਦੀਆਂ ਹਨ। ਸੁਬਾਹ ਤਰਪਹਿਰੇ ਦੀ ਚੌਂਕੀ ਤੋਂ ਲੈ ਕੇ ਰਾਤ ਕਲਿਆਣ ਦੀ ਚੌਂਕੀ ਤੱਕ, ਆਸਾ ਜੀ ਦੀ ਵਾਰ ਦੀ ਚੌਂਕੀ ਤੋਂ ਉਪਰੰਤ ਜਿਹੜੀ ਚੌਂਕੀ ਪ੍ਰਾਰੰਭ ਹੁੰਦੀ ਹੈ ਉਸ ਨੂੰ ਬਿਲਾਵਲ ਦੀ ਚੌਂਕੀ ਕਹਿੰਦੇ ਹਨ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਦਾ ਦੀਵਾਨ ਸਜਿਆ। ਆਸਾ ਜੀ ਦੀ ਵਾਰ ਦੀ ਚੌਂਕੀ ਸਮਾਪਤ ਹੋ ਚੁੱਕੀ ਹੈ। ਰਾਗੀ ਸਿੰਘ ਆਏ ਨੇ, ਤਿਨਾਂ ਨੇ ਰਾਗ ਬਿਲਾਵਲ ਦੀ ਚੌਂਕੀ ਪ੍ਰਾਰੰਭ ਕੀਤੀ ਹੈ। ਬਿਲਾਵਲ ਦੀ ਚੌਂਕੀ ਵਿੱਚ ਰਾਗ ਬਿਲਾਵਲ ਦੇ ਸ਼ਬਦ ਰਾਗੀ ਸਿੰਘਾਂ ਵੱਲੋਂ ਪੜ੍ਹੇ ਜਾਂਦੇ ਨੇ। ਬਿਲਾਵਲ ਖੁਸ਼ੀਆਂ ਦਾ ਪਿਆਰਾ ਰਾਗ ਹੈ। ਬਿਲਾਵਲ ਦਾ ਅੱਖਰੀ ਅਰਥ ਵੀ ਖੁਸ਼ੀ ਹੈ, ਆਨੰਦ, ਖੇੜਾ। ਬਿਲਾਵਲ ਕਰਿਓ ਤੁਮ ਪਿਆਰਿਓ, ਕਰ ਨਾਦ ਬਿਲਾਵਲ ਰਾਗ। ਬਿਲਾਵਲ ਦਾ ਮਤਲਬ ਆਨੰਦ ਹੈ, ਬਿਲਾਵਲ ਦਾ ਮਤਲਬ ਖੇੜਾ ਹੈ। ਤੋ ਬਿਲਾਵਲ ਦੀ ਚੌਂਕੀ ਰਾਗੀ ਸਿੰਘਾਂ ਨੇ ਗਾਇਨ ਕੀਤੀ ਹੈ, ਸਾਰੀ ਸੰਗਤ ਨੇ ਸੁਣੀ ਹੈ। ਗਾਵੇਂ ਰਾਗੀ ਪ੍ਰੀਤ ਕਨੇਰੀ। ਬੜੇ ਪਿਆਰ ਨਾਲ, ਬੜੇ ਅਦਬ ਨਾਲ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਹੈ। ਏਦਾਂ ਜਾਪਦਾ ਮਾਨੋ ਜਿਵੇਂ ਪ੍ਰੇਮ ਦੇ ਰਸ 'ਚ ਭਿੱਜੇ ਹੋਏ ਕੀਰਤਨ ਕਰ ਰਹੇ ਨੇ। ਸਾਜ ਸਮਾਜ ਕੰਠ ਸੁਰ ਤਾਲ। ਐਨ ਇੱਕ ਇੱਕ ਸਾਜ ਨੂੰ ਸੁਰ 'ਚ ਵਜਾਉਂਦੇ ਨੇ, ਤਾਲ ਦੇ ਨਾਲ ਪੂਰਾ ਮਿਲਿਤ ਕਰਕੇ, ਲੈ ਨਾਲ ਮਿਲਿਤ ਕਰਕੇ। ਮਜਾਲ ਹੈ ਕੋਈ ਸੁਰ ਇੱਧਰ ਉੱਧਰ ਹੋਣ ਦੇਣ। ਸੁਰ ਦੇ ਵਿੱਚ, ਤਾਲ ਦੇ ਵਿੱਚ, ਲੈ ਦੇ ਵਿੱਚ ਇੱਕ ਕਰਕੇ ਕੀਰਤਨ ਨੂੰ ਗਾਇਨ ਕਰਦੇ ਹਨ। ਭਏ ਏਕ ਤਬ ਗਾਏ ਰਸਾਲ। ਔਰ ਉਸ ਵੇਲੇ ਕੀਰਤਨ ਕਰ ਰਹੇ ਨੇ ਬੜੇ ਪ੍ਰੇਮ ਨਾਲ, ਬੜਾ ਸੁੰਦਰ ਕੀਰਤਨ ਕੀਤਾ ਹੈ। ਖੁਸ਼ੀ ਖਾਲਸਾ ਸੁਨ ਕਰ ਹੋਵਾ। ਜਿੰਨਾ ਖਾਲਸਾ ਬੈਠਾ ਹੈ, ਜਿੰਨੇ ਸਿੰਘ ਬੈਠੇ ਨੇ, ਸਾਰਿਆਂ ਨੇ ਕੀਰਤਨ ਸੁਣਿਆ। ਸੁਣ ਕੇ ਬੜੇ ਖੁਸ਼ ਹੋਏ ਕਿ ਕੀਰਤਨ ਬੜਾ ਸੋਹਣਾ ਗਾਇਨ ਹੋਇਆ। ਸੁਰ ਤਾਲ ਲੈ ਦੇ ਵਿੱਚ ਕੀਰਤਨ ਗਾਇਨ ਹੋਇਆ। ਬੜੇ ਸੋਹਣੇ ਢੰਗ ਦੇ ਨਾਲ ਆਲਾਪ ਲਾਏ ਗਏ ਨੇ। ਸ਼ਬਦ ਦਾ ਕੀਰਤਨ ਗਾਇਨ ਕੀਤਾ ਗਿਆ ਹੈ।
ਸਾਰੇ ਖਾਲਸੇ ਨੇ ਬੜੀ ਖੁਸ਼ੀ ਮਨਾਈ। ਗੁਰ ਮੈਂ ਪ੍ਰੇਮ ਉਪਾਵਤ ਜੋਵਾ। ਔਰ ਕੀਰਤਨ ਸੁਣਦਿਆਂ ਗੁਰਸਿੱਖਾਂ ਦੇ ਮਨਾਂ ਵਿੱਚ, ਖਾਲਸੇ ਦੇ ਮਨਾਂ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਪ੍ਰੇਮ ਤੇ ਪ੍ਰੀਤ ਉਪਜ ਰਹੀ ਹੈ। ਸਤਿਗੁਰਾਂ ਦਾ ਪਿਆਰ ਜਾਗ ਰਿਹਾ ਹੈ। ਵਾਹੋ ਵਾਹੋ ਸਭ ਹੁਣ ਸੁਨਾਇਓ। ਸਭ ਨੇ ਆਖਿਆ ਵਾਹ ਵਾਹ, यानी कि बड़ा सुंदर गायन कीता कीर्तन। वाहो वाहो क्या खूब गावता है। आख्या कैसा सुंदर कीर्तन गायन कीता रागी सिंघां ने। आज शब्द सुंदर बिद गायो। कहंदे रागी ਸਿੰਘੋ ਅੱਜ ਤਾਂ ਕਮਾਲ ਕਰ ਦਿੱਤੀ ਹੈ। ਅੱਜ ਤਾਂ ਬੜੇ ਸੋਹਣੇ ਢੰਗ ਦੇ ਨਾਲ ਕੀਰਤਨ ਤੁਸੀਂ ਗਾਇਨ ਕੀਤਾ। ਬੜਾ ਸਵਾਦ ਬਣਿਆ, ਬੜਾ ਰਸ ਬਣਿਆ ਹੈ। ਕਰੇ ਨਿਹਾਲ ਰਾਗੀਆਂ ਆਚੇ। ਸਾਰੇ ਕਹਿ ਰਹੇ ਨੇ ਆਪਸ ਚ ਗੱਲਾਂ। ਕਹਿੰਦੇ ਅੱਜ ਤਾਂ ਰਾਗੀਆਂ ਨੇ ਨਿਹਾਲ ਕਰ ਦਿੱਤਾ। ਇੰਨਾ ਸੋਹਣਾ ਕੀਰਤਨ ਕੀਤਾ, ਇਤਨੇ ਸੁਰ ਦੇ ਵਿੱਚ, ਲੈ ਵਿੱਚ, ਤਾਲ ਵਿੱਚ ਇੰਨੇ ਸੋਹਣੇ ਢੰਗ ਨਾਲ ਕੀਰਤਨ ਕੀਤਾ ਕਿ ਅੱਜ ਰਾਗੀ ਸਿੰਘਾਂ ਨੇ ਸਾਨੂੰ ਨਿਹਾਲ ਕਰਕੇ ਰੱਖ ਦਿੱਤਾ। ਦਿਓ ਆਨੰਦ ਜਥਾ ਔਰ ਬਾਂਛੇ। ਇਹੋ ਜਿਹਾ ਆਨੰਦ ਅਸੀਂ ਚਾਹੁੰਦੇ ਸੀ ਕੀਰਤਨ ਵਿੱਚੋਂ, ਸਾਨੂੰ ਬਿਲਕੁਲ ਉਸੇ ਤਰ੍ਹਾਂ ਦਾ ਆਨੰਦ ਅੱਜ ਪ੍ਰਾਪਤ ਹੋਇਆ। ਜੈਸਾ ਆਨੰਦ ਕੀਰਤਨ ਚੋਂ ਆਉਣਾ ਚਾਹੀਦਾ ਗੁਰਬਾਣੀ ਦੇ, ਸਾਨੂੰ ਅੱਜ ਵੈਸਾ ਆਨੰਦ ਗੁਰਬਾਣੀ ਦੇ ਕੀਰਤਨ ਚੋਂ ਪ੍ਰਾਪਤ ਹੋਇਆ, ਹਾਸਲ ਹੋਇਆ ਹੈ। ਸੁਨ ਕਲਗੀ ਤਰ ਉੱਚੇ ਕਈ। ਜਦੋਂ ਸਾਰੇ ਸਿੰਘ ਏਦਾਂ ਵਡਿਆਈ ਕਰ ਰਹੇ ਨੇ ਨਾ ਕੀਰਤਨੀਆਂ ਦੀ, ਕੀਰਤਨ ਗਾਇਨ ਕਰਨ ਵਾਲਿਆਂ ਦੀ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੁਣ ਰਹੇ ਨੇ। ਸੁਣ ਕੇ ਦਸਵੇਂ ਪਾਤਸ਼ਾਹ ਜੀ ਉੱਚੀ ਆਵਾਜ਼ ਵਿੱਚ ਬੋਲੇ, ਭਾਈ ਕਹੀ ਲੁਪਾਈ ਕਹੀ। ਮਹਾਰਾਜ ਜੀ ਉੱਚੀ ਆਵਾਜ਼ 'ਚ ਬੋਲੇ, ਕਹਿੰਦੇ ਭਾਈ ਨੇ ਜੋ ਕਹੀ ਕਹੀ ਹੈ ਉਹ ਕਿਸੇ ਨੇ ਆਪ ਹੀ ਲੁਕਾਈ ਹੋਈ ਹੈ। ਭਾਈ ਨੇ ਜੋ ਕਹੀ ਕਹੀ ਹੈ ਉਹ ਇਸ ਨੇ ਆਪ ਹੀ ਲੁਕਾਈ ਹੋਈ ਹੈ। ਮਹਾਰਾਜ ਜੀ ਇਹ ਬਚਨ ਬੋਲੇ, ਭਾਈ ਨੇ ਜੋ ਕਹੀ ਕਹੀ ਹੈ ਉਹ ਕਹੀ ਜਿਹੜਾ ਕਹਿ ਰਿਹਾ ਨਾ ਇਸ ਨੇ ਆਪ ਹੀ ਲੁਕਾਈ ਹੋਈ ਹੈ। ਏਦਾਂ ਮਹਾਰਾਜ ਜੀ 3 ਵਾਰ ਬੋਲੇ। ਤਬ ਸਿੱਖਨ ਬੂਝਿਓ ਨਰ ਨਾਹਰ। ਇਤਨੇ ਸਿੰਘ ਇੱਕਦਮ ਹੈਰਾਨ ਹੋ ਗਏ, ਮਹਾਰਾਜ ਇਹ ਕੀ ਬਚਨ ਹੈ? ਭਾਈ ਨੇ ਜੋ ਕਹੀ ਕਹੀ ਹੈ ਉਹ ਇਸ ਨੇ ਆਪ ਹੀ ਲੁਕਾਈ ਹੋਈ ਹੈ। ਮਹਾਰਾਜ ਇਹਦਾ ਕੀ ਮਤਲਬ ਹੈ? ਸਿੰਘ ਸਤਿਗੁਰੂ ਜੀ ਨੂੰ ਪੁੱਛਣ ਲੱਗੇ, हे ਸਿੰਘ ਸਰੂਪ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ, ਪਾਤਸ਼ਾਹ ਸਿੱਟਾ ਹੋਏ ਜ਼ਾਹਰ। हे ਮਹਾਰਾਜ ਸੱਚੇ ਪਾਤਸ਼ਾਹ, ਜੋ ਆਪ ਜੀ ਨੇ ਬਚਨ ਕਹੇ ਨੇ ਇਹਦਾ ਸਿੱਟਾ ਜ਼ਾਹਰ ਕਰੋ। ਸਿੱਟੇ ਦਾ ਮਤਲਬ ਹੁੰਦਾ ਸਿਧਾਂਤ। ਜੋ ਆਪ ਜੀ ਨੇ ਬਚਨ ਕਹੇ ਨੇ ਇਹਦੇ ਚ ਕੋਈ ਨਾ ਕੋਈ ਸਿਧਾਂਤ ਤਾਂ ਹੈ ਨਾ। ਏਦਾਂ ਤਾਂ ਨਹੀਂ ਕਹਿ ਰਹੇ ਕਲਗੀਧਰ ਜੀ ਮਹਾਰਾਜ। ਇਹਦਾ ਜਿਹੜਾ ਸਿਧਾਂਤ ਹੈ ਜੋ ਆਪ ਜੀ ਕਹਿ ਰਹੇ ਹੋ, ਉਹ ਸਿਧਾਂਤ, ਉਹ ਸਿੱਟਾ ਜ਼ਾਹਰ ਹੋਵੇ ਤੇ ਸਾਨੂੰ ਪਤਾ ਲੱਗੇ ਕਿ ਤੁਸੀਂ ਕੀ ਕਹਿ ਰਹੇ ਹੋ। ਹਮਕੋ ਨਹੀਂ ਸਮਝ ਕੁਛ ਆਈ। ਮਹਾਰਾਜ ਜੀ ਸਾਨੂੰ ਕੁਝ ਸਮਝ ਨਹੀਂ ਆਈ ਜੋ ਆਪ ਜੀ ਕਹਿ ਰਹੇ ਹੋ ਕਿ ਇਹ ਜੋ ਕਹੀ ਭਾਈ ਨੇ ਕਹੀ ਹੈ ਉਹ ਇਸ ਨੇ ਆਪ ਹੀ ਲੁਕਾਈ ਹੋਈ ਹੈ। ਮਹਾਰਾਜ ਇਹ ਗੱਲ ਸਾਨੂੰ ਸਮਝ ਨਹੀਂ ਪਈ ਕਿ ਇਹਦੇ ਵਿੱਚ ਆਪ ਜੀ ਕੀ ਕਹਿ ਕੇ ਸਮਝਾਉਣਾ ਚਾਹੁੰਦੇ ਹੋ। ਇਹਦੇ ਵਿੱਚ ਸਿੱਟਾ ਕੀ ਹੈ, ਇਹਦਾ ਸਿਧਾਂਤ ਕੀ ਹੈ? ਕੌਣ ਖਿਆਲ ਮੈਂ ਆਪ ਅਲਾਈ। ਮਹਾਰਾਜ ਆਪ ਜੀ ਨੇ ਕਿਹੜੇ ਖਿਆਲ ਦੇ ਵਿੱਚ ਇਹ ਪੰਕਤੀ ਕਹੀ ਹੈ? ਕਿਸ ਖਿਆਲ ਦੇ ਵਿੱਚ ਮਹਾਰਾਜ ਜੀ ਆਪ ਜੀ ਨੇ ਪੰਕਤੀ ਉਚਾਰਨ ਕੀਤੀ ਹੈ? ਤਬ ਸਤਿਗੁਰੂ ਸੁਨਾਈ ਤਥਾ। ਜਦੋਂ ਸਿੰਘਾਂ ਨੇ ਬੇਨਤੀ ਕੀਤੀ ਫਿਰ ਕਲਗੀਧਰ ਜੀ ਸਿਧਾਂਤ ਸਮਝਾਉਣ ਲੱਗੇ। ਜਿਹੜੀ ਇਹ ਪੰਕਤੀ ਮਹਾਰਾਜ ਜੀ ਨੇ ਉਚਾਰੀ ਹੈ ਨਾ, ਇਹਦਾ ਜਿਹੜਾ ਸਿੱਟਾ ਸੀ ਉਹ ਮਹਾਰਾਜ ਜੀ ਸਮਝਾਉਂਦੇ ਸਿੰਘਾਂ ਨੂੰ। ਗ੍ਰਾਮ ਚੌਧਰੀ ਕੀ ਇੱਕ ਕਥਾ। ਮਹਾਰਾਜ ਜੀ ਕਹਿੰਦੇ ਅਸੀਂ ਇਸ ਪੰਕਤੀ ਵਿੱਚ ਇੱਕ ਪਿੰਡ ਦੇ ਚੌਧਰੀ ਦੀ ਕਥਾ ਸੁਣਾਈ। ਇੱਕ ਪਿੰਡ ਦਾ ਚੌਧਰੀ ਸੀ, ਜਿਵੇਂ ਅੱਜ ਕੱਲ ਸਰਪੰਚ ਹੁੰਦੇ ਆ, ਉਦੋਂ ਚੌਧਰੀ ਹੁੰਦੇ ਸਨ। ਉਹ ਚੌਧਰੀ ਨਵਾਬਾਂ ਵੱਲੋਂ, ਹਾਕਮਾਂ ਵੱਲੋਂ ਮੁਕਰਰ ਕੀਤੇ ਜਾਂਦੇ ਸੀ। ਪਾਤਸ਼ਾਹ ਕਹਿਣ ਲੱਗੇ ਕਿ ਇੱਕ ਪਿੰਡ ਦੇ ਚੌਧਰੀ ਦੀ ਕਥਾ ਸੁਣਾਈ ਅਸੀਂ ਤੁਹਾਨੂੰ ਇਸ ਪੰਕਤੀ ਵਿੱਚ ਕਿ ਭਾਈ ਨੇ ਜੋ ਕਹੀ ਕਹੀ ਹੈ ਉਹ ਇਸ ਨੇ ਆਪ ਹੀ ਲੁਕਾਈ ਹੋਈ ਹੈ।
ਦਰਅਸਲ ਇਸ ਪੰਕਤੀ ਵਿੱਚ ਇੱਕ ਪਿੰਡ ਦੇ ਚੌਧਰੀ ਦੀ ਕਥਾ ਹੈ। गयो खेत में जह किरसानी। ਸਿੰਘਾਂ ਆਖਿਆ ਮਹਾਰਾਜ ਜੀ ਫਿਰ ਸਾਨੂੰ ਸੁਣਾਓ ਕਥਾ ਕੀ ਹੈ ਚੌਧਰੀ ਦੀ। ਕਲਗੀਧਰ ਜੀ ਕਹਿਣ ਲੱਗੇ ਸਿੰਘੋ ਸੁਣੋ, ਇੱਕ ਪਿੰਡ ਦਾ ਚੌਧਰੀ ਸੀ। ਉਹ ਕਈ ਲੈ ਕੇ ਬਾਹਰ ਆਪਣੇ ਖੇਤਾਂ ਦੇ ਵਿੱਚ ਪਾਣੀ ਲਾਉਣ ਵਾਸਤੇ ਜਾਂ ਕਿਸੇ ਪ੍ਰਕਾਰ ਨਾਲ ਜੋ ਖੇਤ ਵਿੱਚ ਕਈ ਦੀ ਜ਼ਰੂਰਤ ਸੀ ਉਹ ਲੈ ਕੇ ਗਿਆ। जोरियो हरट सिंच तो पानी। ਉਹਨੇ ਹਲਟ ਜੋੜੀ ਹੋਈ ਸੀ, ਹਲਟਾਂ ਵਾਲੇ ਖੂਹ ਹੁੰਦੇ ਸਨ ਉਦੋਂ। ਮਹਾਰਾਜ ਜੀ ਕਹਿੰਦੇ ਉਹਨੇ ਹਲਟ ਜੋੜੀ ਹੋਈ ਸੀ ਤੇ ਅੱਗੇ ਬੈਲ ਲਾ ਕੇ ਉਹਨਾਂ ਨੂੰ ਹੱਕ ਰਿਹਾ ਸੀ। राखी क्यारे पर तिन कही। ਤੇ ਉਧਰ ਪਾਣੀ ਲਾਇਆ ਖੇਤ ਨੂੰ, ਤੇ ਜਿਹੜੀ ਕਈ ਸੀ ਉਹ ਕਿਆਰੇ ਦੇ ਉੱਤੇ ਹੀ ਨਾ, ਵੱਟ ਦੇ ਉੱਤੇ, ਡੋਲ ਦੇ ਉੱਤੇ ਜਿੱਥੋਂ ਨੱਕਾ ਮੋੜਨਾ ਸੀ ਮੋੜ ਕੇ ਤੇ ਉੱਥੇ ਹੀ ਉਹ ਕਈ ਰੱਖੀ ਹੋਈ। ਆਪ ਉਹ ਖੂਹ ਤੇ ਗਿਆ ਹੋਇਆ ਸੀ ਚੌਧਰੀ। ले गमनियों को प्राप्त नहीं। ਅਚਾਨਕ ਉਹ ਕਈ ਉਸ ਡੋਲ ਤੋਂ, ਉਸ ਵੱਟ ਤੋਂ ਕਿਸੇ ਨੇ ਚੁੱਕ ਲਈ। ਜਦੋਂ ਚੌਧਰੀ ਆਇਆ ਨਾ ਤੇ ਉਹਨੇ ਵੇਖਿਆ ਨੱਕਾ ਮੋੜਨ ਨੂੰ ਵੀ ਕਈ ਕਿੱਥੇ ਗਈ। ਉਹ ਉੱਥੇ ਰੱਖ ਕੇ ਮੋੜ ਦੇ ਨੱਕੇ ਦੇ ਉੱਤੇ ਉਹ ਗਿਆ, ਆਪਣੇ ਖੂਹ ਦੇ ਉੱਤੇ ਗਿਆ ਹੋਇਆ ਸੀ। ਜਦੋਂ ਵਾਪਸ ਆਇਆ ਨੱਕਾ ਮੋੜਨ ਤੇ ਕਈ ਉੱਥੇ ਹੈ ਨਹੀਂ ਸੀ। ਉਹ ਕਈ ਉੱਥੋਂ ਕੋਈ ਚੁੱਕ ਕੇ ਲੈ ਕੇ ਚਲਾ ਗਿਆ। निशानी छंद हृदय बिचारे ओ चौधरी वत गई जे मोरी। ਚੌਧਰੀ ਬੜਾ ਹੈਰਾਨ ਹੋਇਆ ਵੀ ਇੰਨਾ ਦਿਲ ਵਧਿਆ ਚੋਰਾਂ ਦਾ ਕਿ ਮੈਂ ਪਿੰਡ ਦਾ ਚੌਧਰੀ ਹਾਂ, ਮੁਖੀਆ ਹਾਂ, ਤੇ ਜੇ ਮੇਰੀ ਵਸਤੂ ਚੋਰੀ ਹੋ ਗਈ ਹੈ, ਮੇਰਾ ਲੋਕ ਡਰ ਨਹੀਂ ਮੰਨਦੇ, ਚੋਰਾਂ ਨੂੰ ਮੇਰਾ ਭੈ ਨਹੀਂ। तो अपरन की क्या चली क्यों होए ना चोरी। ਤੇ ਕਹਿਣ ਲੱਗਾ ਫਿਰ ਦੂਜਿਆਂ ਦੀ ਤਾਂ ਵਿਚਾਰਿਆਂ ਦੀ ਗਿਣਤੀ ਕੀ ਹੈ। ਮੈਂ ਪਿੰਡ ਦਾ ਚੌਧਰੀ, ਮੇਰਾ ਡਰ ਨਹੀਂ ਮੰਨਿਆ ਚੋਰ ਨੇ। ਉਹ ਮੇਰੀ ਕਈ ਚੁੱਕ ਕੇ ਲੈ ਗਿਆ ਇੱਥੋਂ ਚੋਰੀ ਕਰਕੇ, ਤੇ ਹੋਰਾਂ ਦੀ ਤਾਂ ਵਿਚਾਰਿਆਂ ਦੀ ਗਿਣਤੀ ਕੀ, ਉਹਨਾਂ ਦੀ ਤਾਂ ਕਿਸੇ ਦੀ ਭੁਗਤ ਹੋਣੀ ਨਹੀਂ। ਚੋਰਾਂ ਨੇ ਤਾਂ ਉਹਨਾਂ ਨੂੰ ਕੁਝ ਸਮਝਣਾ ਹੀ ਨਹੀਂ। ਤੋ ਇਸ ਪ੍ਰਕਾਰ ਨਾਲ ਉਹ ਚੌਧਰੀ ਬੜਾ ਹੈਰਾਨ ਹੋਇਆ। ਜੇ ਥਾਣੇ ਦੇ ਵਿੱਚ ਚੋਰੀ ਹੋ ਜਾਏ ਨਾ ਉਦੋਂ ਜ਼ਿਆਦਾ ਸਮੱਸਿਆ ਵੀ ਜੇ ਥਾਣੇ 'ਚ ਚੋਰੀ ਹੋ ਗਈ ਤੇ ਫਿਰ ਉਹਨਾਂ ਤੋਂ ਹੋਰ ਚੋਰ ਨੇ ਕੀ ਭੈ ਮੰਨਣਾ ਸੀ, ਡਰ ਨੇ। ਹੁਣ ਇਹ ਚੌਧਰੀ ਇੱਕ ਪ੍ਰਕਾਰ ਦਾ ਪਿੰਡ ਦਾ ਮੁਖੀਆ ਸੀ, ਲੋਕਾਂ ਨੂੰ ਦੰਡ ਦੇਣੇ, ਲੋਕਾਂ ਦੇ ਉੱਤੇ ਜੁਰਮਾਨੇ ਕਰਨੇ, ਉਹ ਇਹਦਾ ਕੰਮ ਸੀ। ਕਹਿੰਦਾ ਮੇਰੇ ਵਰਗੇ ਚੌਧਰੀ ਦੇ ਘਰੋਂ ਇੱਥੋਂ ਕਈ ਚੋਰੀ ਹੋ ਗਈ ਖੇਤ ਦੇ ਵਿੱਚੋਂ, ਤੇ ਆਮ ਬੰਦਿਆਂ ਦੀ ਤਾਂ ਕੀ ਗਿਣਤੀ ਹੋਵੇਗੀ ਕਿ ਚੋਰ ਉਹਨਾਂ ਨੂੰ ਕੀ ਸਮਝਦੇ ਹੋਣਗੇ। बोल पिराई को लेओ डोंडी फिरवाई। ਚੌਧਰੀ ਪਿੰਡ ਆਇਆ, ਇਹਨੇ ਇੱਕ ਭਰਾਈ ਕਹਿੰਦੇ ਨੇ, ਉਹ ਗਲ 'ਚ ਢੋਲ ਜਿਹਾ ਪਾ ਕੇ ਨਾ, ਢੋਲ ਵਜਾ ਕੇ ਪਿੰਡ ਦੇ ਕਿਸੇ ਚੌਂਕ 'ਚ ਚੁਰਾਹੇ 'ਚ ਖਲੋ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਡੋਂਡੀ ਪਿੱਟਦੇ ਆ, ਸਾਵਧਾਨ ਹੋਸ਼ਿਆਰ। ਉਹ ਫਿਰ ਜਿਹੜੀ ਖਬਰ ਦੇਣੀ ਹੁੰਦੀ ਉਹ ਖਬਰ ਦਿੰਦੇ। ਇਹਨੇ ਚੌਧਰੀ ਪਿੰਡ ਗਿਆ, ਇੱਕ ਭਰਾਈ ਜਿਹੜਾ ਗਲ 'ਚ ਢੋਲ ਪਾ ਕੇ ਚੁਰਸਤੇ ਦੇ ਵਿੱਚ ਡੋਂਡੀ ਪਿੱਟਦਾ, ਉਹਨੂੰ ਨਾਲ ਲੈ ਕੇ ਗਿਆ। बजियो ढोल सब ने सुनियो। ਜਦੋਂ ਉਸ ਭਰਾਈ ਨੇ ਢੋਲ ਵਜਾਇਆ ਜਾ ਕੇ ਸਾਰੇ ਪਿੰਡ ਦੇ ਲੋਕਾਂ ਨੇ ਸੁਣਿਆ, पर कही न पाई। ਉਹਨੇ ਆਵਾਜ਼ ਮਾਰ ਕੇ ਕਿਹਾ ਕਿ ਚੌਧਰੀ ਸਾਹਿਬ ਦੀ ਕਈ ਚੋਰੀ ਹੋਈ ਹੈ। ਕਿਉਂਕਿ ਚੌਧਰੀ ਹੈ, ਹੁਣ ਚੌਧਰੀ ਦੀ ਕਈ ਚੋਰੀ ਹੋ ਜੇ ਤੇ ਵਕਤ ਪੈ ਜਾਂਦਾ ਹੈ। ਕਿਸੇ ਗਰੀਬ ਦੇ ਘਰ ਦਾ ਸਾਰਾ ਕੁਝ ਹੀ ਚੋਰੀ ਹੋ ਜੇ ਕੋਈ ਫਰਕ ਨਹੀਂ ਪੈਂਦਾ। ਚੌਧਰੀ ਦਾ ਤਾਂ ਕੁੱਤਾ ਗੁੰਮ ਹੋ ਜਾਏ ਤੇ ਸਾਰੇ ਪਾਸੇ ਇੱਕਦਮ ਗੱਲਾਂ ਤਾਂ ਧੁੰਮ ਜਾਂਦੀਆਂ ਵੀ ਚੋਰੀ ਹੋ ਗਈ, ਲੱਭੋ ਕੁੱਤਾ ਚੋਰੀ ਹੋ ਗਿਆ। ਤੇ ਕਿਸੇ ਦੇ ਘਰ ਦਾ ਬੰਦਾ ਅਪਹਰਣ ਚੋਰੀ ਗਰੀਬ ਦੇ ਘਰ ਚੋਂ ਹੋ ਜਾਏ ਉਹਦਾ ਕੁਝ ਨਹੀਂ ਪਤਾ ਲੱਗਦਾ। ਚੌਧਰੀ ਸੀ, ਉਹਨੇ ਡੋਂਡੀ ਪਿੱਟੀ, ਡੋਂਡੀ ਪਿੱਟ ਕੇ ਉਹਨੇ ਆਖਿਆ ਕਿ ਚੌਧਰੀ ਸਾਹਿਬ ਦੀ ਕਈ ਹੈ, ਉਹ ਕਿਸੇ ਚੋਰੀ ਕੀਤੀ ਹੈ, ਜਿਸ ਦੇ ਵੀ ਘਰ ਵਿੱਚ ਹੋਵੇ, ਜਿਸ ਨੇ ਵੀ ਚੋਰੀ ਕੀਤੀ ਹੈ ਉਹ ਆਪਣੇ ਆਪ ਚੌਧਰੀ ਸਾਹਿਬ ਨੂੰ ਦੇ ਜਾਏ, ਕਿਉਂਕਿ ਜੇ ਬਾਅਦ ਵਿੱਚ ਪਤਾ ਲੱਗਾ ਤੇ ਸਜ਼ਾ ਬੜੀ ਮਿਲੇਗੀ। ਡੋਂਡੀ ਪਿੱਟੀ, ਸਾਰੇ ਪਿੰਡ ਦੇ ਲੋਕਾਂ ਨੇ ਸੁਣਿਆ, ਪਰ ਉਹ ਕਈ ਕਿਸੇ ਵੀ ਘਰ ਚੋਂ ਪ੍ਰਾਪਤ ਨਹੀਂ ਹੋਈ। बौर ग्राम के सदन जे
ਸਗਰੇ ਖੁਜਵਾਏ। ਉਹਨੇ ਸਾਰਾ ਦਿਨ ਪਿੰਡ ਦੇ ਵਿੱਚ ਡੋਂਡੀ ਪਿੱਟੀ, ਜਿਹੜਾ ਡੋਂਡੀ ਪਿੱਟਣ ਵਾਲਾ ਸੀ, ਪਰ ਕਿਸੇ ਨੇ ਕਹੀ ਨਹੀਂ ਦਿੱਤੀ। ਆਖਰਕਾਰ ਚੌਧਰੀ ਸੀ, ਉਹਨੇ ਆਖਿਆ ਤਲਾਸ਼ੀ ਕਰੋ ਸਾਰੇ ਪਿੰਡ ਦੀ, ਘਰ ਘਰ ਦੀ ਤਲਾਸ਼ੀ ਲਓ। ਕਹਿੰਦੇ ਜਦੋਂ ਘਰ ਘਰ ਦੀ ਤਲਾਸ਼ੀ ਕਰਕੇ ਵੇਖਿਆ, ਤਉ ਨ ਪ੍ਰਾਪਤ ਸੋ ਕਹੀ ਨਰ ਉਰ ਬਿਸਮਾਏ। ਜਦੋਂ ਸਾਰੇ ਘਰਾਂ ਵਿੱਚ ਤਲਾਸ਼ੀ ਕੀਤੀ, ਕਈ ਫਿਰ ਵੀ ਨਾ ਮਿਲੀ। ਕਈ ਦੀ ਉਹਦੀ ਨਿਸ਼ਾਨੀ ਸੀ, ਚੌਧਰੀ ਦੀ ਕਈ ਸੀ। ਤੂੰ ਸਾਰੇ ਘਰਾਂ ਦੇ ਵਿੱਚ ਜਦੋਂ ਭਾਲ ਕੀਤੀ ਤੇ ਫਿਰ ਵੀ ਉਹ ਕਹੀ ਨਹੀਂ ਮਿਲੀ। ਬੜੇ ਹੈਰਾਨ ਹੋਏ ਕਿ ਕਹੀ ਗਈ ਤਾਂ ਗਈ ਕਿੱਥੇ, ਧਰਤੀ 'ਚ ਨਿਕਲ ਗਈ ਜਾਂ ਅਸਮਾਨ 'ਚ ਉੱਡ ਗਈ? ਕਿਉਂਕਿ ਪਿੰਡ ਦੇ ਵਿੱਚ ਨਾਲ ਹੀ ਉਹਦੀ ਜ਼ਮੀਨ ਸੀ, ਬਾਹਰ ਦਾ ਬੰਦਾ ਤਾਂ ਕੋਈ ਆਇਆ ਨਹੀਂ ਹੋਣਾ ਇੱਥੇ। ਹੈਰਾਨੀ ਦੇ ਨਾਲ ਵੇਖਦੇ ਆ ਕਿ ਆਖਰਕਾਰ ਉਹ ਕਹੀ ਗਈ ਤਾਂ ਗਈ ਕਿੱਥੇ। ਤਬ ਇੱਕ ਮਾਨਵ ਨੇ ਕਹਿਓ ਜੋ ਸਦਨ ਪਿਰਾਈ। ਜਦੋਂ ਸਾਰੇ ਘਰਾਂ ਵਿੱਚ ਭਾਲ ਕਰ ਲਈ ਤੇ ਇੱਕ ਬੰਦਾ ਕੋਲੋਂ ਬੋਲਿਆ, ਕਹਿੰਦਾ ਚੌਧਰੀ ਸਾਹਿਬ ਇਹ ਜਿਹੜਾ ਡੋਂਡੀ ਪਿੱਟਦਾ ਗਲ 'ਚ ਢੋਲ ਪਾ ਕੇ, ਇਹ ਵੀ ਤਾਂ ਆਪਣੇ ਪਿੰਡ 'ਚ ਹੀ ਰਹਿੰਦਾ, ਵੀ ਇਹਦਾ ਘਰ ਕਿਉਂ ਨਹੀਂ ਵੇਖਿਆ? ਵੀ ਤਲਾਸ਼ੀ ਤਾਂ ਇਹਦੇ ਘਰ ਦੀ ਵੀ ਕਰਨੀ ਚਾਹੀਦੀ। ਇਹ ਡੋਂਡੀ ਪਿੱਟਦਾ, ਇਹਦਾ ਮਤਲਬ ਇਹ ਤਾਂ ਨਹੀਂ ਵੀ ਇਹ ਚੋਰ ਨਹੀਂ ਹੋ ਸਕਦਾ, ਰਹਿੰਦਾ ਇਹ ਵੀ ਪਿੰਡ ਵਿੱਚ ਹੈ, ਪਿੰਡ 'ਚ ਇਹਦਾ ਘਰ ਹੈ। ਚਲੋ ਇਹਦਾ ਕਿੱਤਾ ਹੈ ਇਹ ਡੋਂਡੀ ਪਿੱਟ ਕੇ ਲੋਕਾਂ ਨੂੰ ਢੰਡੋਰਾ ਪਿੱਟ ਕੇ ਆਵਾਜ਼ ਬੁਲੰਦ ਕਰਨੀ, ਪਰ ਰਹਿੰਦਾ ਤਾਂ ਪਿੰਡ 'ਚ ਹੈ, ਬਾਹਰੋਂ ਤਾਂ ਨਹੀਂ ਆਇਆ ਕਿਤੋਂ। ਇਹਦਾ ਘਰ ਨਹੀਂ ਤਲਾਸ਼ਿਆ ਆਪਾਂ, ਬਾਕੀ ਸਾਰਿਆਂ ਦੇ ਘਰਾਂ ਦੀ ਤਲਾਸ਼ੀ ਲੈ ਲਈ। ਕਹਿੰਦੇ ਜਦੋਂ ਇਸ ਤਰ੍ਹਾਂ ਗੱਲ ਹੋਈ, ਸੋ ਪੀ ਲੀਜੇ ਖੋਜ ਕਰ ਜੇ ਲੇਵੋ ਪਾਈ। ਕਹਿੰਦੇ ਜੇ ਸਾਰੇ ਪਿੰਡ ਦੀ ਤਲਾਸ਼ੀ ਕੀਤੀ ਤੇ ਇਹਦੇ ਘਰ ਦੀ ਵੀ ਮਾੜੀ ਜੀ ਤਲਾਸ਼ੀ ਲੈ ਲਓ, ਕੀ ਹੈ ਇਹਦੇ 'ਚ ਕਿਹੜਾ ਕੋਈ ਹਰਜ ਹੈ? ਵੀ ਜੇ ਇਹਦੇ ਘਰ ਨੂੰ ਵੀ ਤਲਾਸ਼ ਲਵਾਂਗੇ ਤੇ ਕੋਈ ਇਹਦੇ ਨਾਲ ਰੰਜ ਥੋੜੀ ਹੋਣਾ। ਪਿੰਡ ਦੇ ਬੜੇ ਬੜੇ ਪਤਵੰਤੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਹੋਈ ਹੈ। ਵੀ ਜੇ ਉਹਨਾਂ ਨੇ ਆਪਣੀ ਤੋਹੀਨ ਨਹੀਂ ਸਮਝੀ, ਉਹਨਾਂ ਨੇ ਆਪਣਾ ਅਪਮਾਨ ਨਹੀਂ ਸਮਝਿਆ ਵੀ ਸਾਡੇ ਤੇ ਦੋਸ਼ ਲਾਇਆ, ਤੇ ਫਿਰ ਇਹਨੂੰ ਵੀ ਅਪਮਾਨ ਨਹੀਂ ਆਪਣਾ ਮਹਿਸੂਸ ਕਰਨਾ ਚਾਹੀਦਾ। ਇਹ ਤਾਂ ਪਿੰਡ 'ਚ ਇੱਕ ਡੋਂਡੀ ਪਿੱਟਣ ਵਾਲਾ ਬੰਦਾ, ਫਿਰ ਇਹਦੇ ਘਰ ਦੇ ਵਿੱਚ ਵੀ ਤਲਾਸ਼ੀ ਹੋਣੀ ਚਾਹੀਦੀ ਹੈ। ਸ਼ਾਇਦ ਜੋ ਕਿਸੇ ਦੇ ਘਰੋਂ ਨਹੀਂ ਮਿਲੀ ਉਹ ਇਹਦੇ ਘਰੋਂ ਮਿਲ ਜਾਏ। ਸੁਨ ਸਭ ਨੇ ਮਾਨਿਓ ਤਬੈ ਤੈ ਸਦਨ ਖੁਜਾਏ। ਇਹ ਸੁਣ ਕੇ ਸਾਰਿਆਂ ਨੇ ਕਹਿੰਦੇ ਗੱਲ ਤਾਂ ਬਿਲਕੁਲ ਸਹੀ ਕਹੀ ਹੈ, ਵੀ ਬਾਕੀ ਸਾਰੇ ਘਰਾਂ ਦੀ ਤਲਾਸ਼ੀ ਲੈ ਲਈ, ਇੱਕ ਵਾਰ ਦੀ ਬਜਾਏ ਦੋ ਦੋ ਵਾਰੀ ਤਲਾਸ਼ੀ ਲੈ ਲਈ, ਪਰ ਆ ਜਿਹੜਾ ਡੋਂਡੀ ਪਿੱਟਣ ਵਾਲਾ ਇਹਦੇ ਘਰ ਤਾਂ ਗਿਆ ਹੀ ਨਹੀਂ ਕੋਈ। ਇਹ ਇੱਥੇ ਬੈਠਾ ਆਪਣੇ ਨਾਲ ਸਾਰਿਆਂ ਨਾਲ ਡੋਂਡੀ ਪਿੱਟ ਕੇ ਲੋਕਾਂ ਨੂੰ ਕਹਿ ਰਿਹਾ ਵੀ ਜਿਹਦੇ ਕੋਲ ਹੈ ਦੇ ਦਿਓ। ਇਹਦਾ ਘਰ ਵੀ ਤਲਾਸ਼ਣਾ ਚਾਹੀਦਾ। ਕਹਿੰਦੇ ਤਾਂ ਬਿਲਕੁਲ ਵਧੀਆ ਗੱਲ ਹੈ, ਕਿਉਂਕਿ ਪਿੰਡ ਦੇ ਵਿੱਚ ਹੀ ਇਹ ਰਹਿੰਦਾ ਹੈ। ਇੱਕ ਕੋਠੀ ਪਿੱਛੇ ਪਰੀ ਤਹਿ ਲਈ ਉਠਾਏ। ਜਦੋਂ ਇਹ ਡੋਂਡੀ ਪਿੱਟਣ ਵਾਲੇ ਦੇ ਘਰ ਗਏ ਨਾ, ਪਹਿਲਾਂ ਅਗਲਾ ਕਮਰਾ ਵੇਖਿਆ। ਇਹਦੇ ਘਰ ਦੇ ਪਿਛਲੇ ਪਾਸੇ ਇੱਕ ਨਿੱਕੀ ਜਿਹੀ ਕੋਠੜੀ ਸੀ, ਜਿਵੇਂ ਅੱਜ ਕੱਲ ਸਟੋਰ ਟਾਈਪ ਹੁੰਦੇ ਆ। ਉਹ ਪਹਿਲਾਂ ਪੁਰਾਣੇ ਘਰਾਂ ਵਿੱਚ ਕੱਚੇ ਨਿੱਕੀ ਜਿਹੀ ਕੋਠੜੀ ਜਿਹੀ ਹੁੰਦੀ ਸੀ, ਉਹਦੇ 'ਚ ਛੱਡ ਛੁੱਟਦੇ ਸੀ ਸਾਰਾ ਸਮਾਨ। ਇਹਦੇ ਘਰ ਦੇ ਪਿਛਲੇ ਪਾਸੇ ਇੱਕ ਨਿੱਕੀ ਜਿਹੀ ਕੋਠੜੀ ਜਦੋਂ ਖੋਲ ਕੇ ਵੇਖੀ ਤੇ ਕਈ ਉੱਥੇ ਪਈ ਹੋਈ। ਉਹ ਕਈ ਚੁੱਕ ਕੇ ਬਾਹਰ ਲੈ ਆਏ। ਕਹਿੰਦੇ ਕਈ ਤਾਂ ਜਿਹੜਾ ਡੋਂਡੀ ਪਿੱਟਦਾ ਸੀ ਉਹਦੇ ਘਰ ਸੀ ਤੇ ਲੱਭਦੇ ਦੂਜਿਆਂ ਦੇ ਘਰਾਂ 'ਚ ਪਏ ਸੀ। ਹਾਂਜੀ, ਪਿੱਖ ਕਰ ਬੋਲਿਓ ਚੌਧਰੀ ਸੁਨ ਮੂਡ ਪਿਰਾਈ। ਚੌਧਰੀ ਨੂੰ ਬੜਾ ਗੁੱਸਾ ਆਇਆ। ਕਹਿੰਦਾ ਉਹ ਮੂਰਖਾ ਡੋਂਡੀ ਪਿੱਟਣ ਵਾਲਿਆ, ਦੂਜਿਆਂ ਨੂੰ ਚੋਰ ਬਣਾਉਂਦਾ ਫਿਰਦਾ ਖਲੋਖੇ। ਚੋਰ ਤਾਂ ਤੂੰ ਖੁਦ ਸੀ, ਤੂੰ ਦੂਜਿਆਂ ਨੂੰ ਸੰਬੋਧਨ ਕਰਕੇ ਕਹਿਦਾ ਰਿਹਾ ਜੇ ਤੂੰ ਚੋਰੀ ਕਰਕੇ ਲਿਆਇਆ ਤੇ ਤੈਨੂੰ ਬਾਹਰ ਕੱਢ ਕੇ ਲਿਆਉਣੀ ਚਾਹੀਦੀ ਸੀ। ਢੋਲ ਸੁਨਾਵੇਂ ਸਬਨ ਕੋ ਕਰ ਕਹੀ ਛੁਪਾਈ। ਢੋਲ ਬਾਹਰ ਆ ਕੇ ਲੋਕਾਂ ਨੂੰ ਸੁਣਾ ਰਿਹਾ ਤੇ ਕਈ ਆਪ ਛੁਪਾਈ ਹੋਈ ਆ, ਤੇ ਢੋਲ ਬਾਹਰ ਸੁਣਾ ਕੇ ਲੋਕਾਂ ਨੂੰ ਕਹਿਣਾ ਜਿਹਦੇ ਘਰ ਕਈ ਆ ਉਹ ਦੇ ਜਾਏ। ਤੇ ਤਦੇ ਇੱਕ ਨੇ ਬੋਲਿਆ ਜਿਹੜੀ ਇਸ ਭਾਈ ਨੇ ਕਹੀ ਹੈ ਉਹ ਇਸੇ ਦੇ ਘਰ ਵਿੱਚ ਹੋ ਸਕਦੀ ਹੈ, ਉਹ ਇਸੇ ਦੇ ਘਰ ਵਿੱਚ ਹੀ ਹੈ। ਕਹਿੰਦੇ ਤਾਂ ਜਾ ਕੇ ਅਸੀਂ ਲੱਭੀ ਵੀ ਉਹ ਤਾਂ ਤੂੰ ਬੋਲ ਕੇ ਲੋਕਾਂ ਨੂੰ ਦੱਸ ਰਿਹਾ ਕਈ ਜਿਹਦੇ ਚੋਰੀ ਕੀਤੀ ਆ ਦੇ ਜੋ, ਤਾਂ ਤੇਰੇ ਘਰੋਂ ਨਿਕਲੀ।
ਤੂੰ ਲੋਕਾਂ ਨੂੰ ਡੋਂਡੀ ਪਿੱਟ ਕੇ ਸੁਣਾ ਰਿਹਾ ਹੈ। ਕਰੀ ਨਸੀਹਤ ਤਬ ਤਿਸੈ ਜੇ ਤਕ ਬਨ ਆਵੇ। ਜਿੰਨੀ ਕੋਈ ਨਸੀਹਤ ਬਣਦੀ ਸੀ, ਕੋਈ ਮਾੜਾ ਮੋਟਾ ਦੰਡ ਤੋਂ ਜੁਰਮਾਨਾ ਬਣਦਾ ਸੀ, ਉਸ ਡੋਂਡੀ ਪਿੱਟਣ ਵਾਲੇ ਨੂੰ ਚੌਧਰੀ ਨੇ ਲਾ ਦਿੱਤਾ ਤੇ ਅੱਗੇ ਤੋਂ ਸੁਚੇਤ ਕਰ ਦਿੱਤਾ ਵੀ ਦੁਬਾਰਾ ਇਦਾਂ ਦਾ ਕੰਮ ਨਹੀਂ ਕਰਨਾ। ਰੀਤ ਪਿਰਾਈ ਰਾਗੀਨ ਕਰ ਰਾਗ ਸੁਨਾਵੇ। ਮਹਾਰਾਜ ਜੀ ਕਹਿੰਦੇ ਭਾਈ ਇਹ ਰਾਗੀ ਕੀਰਤਨ ਕਰ ਰਹੇ ਸਨ, ਪਰ ਮਨ ਇਹਨਾਂ ਦਾ ਕੀਰਤਨ 'ਚ ਨਹੀਂ ਸੀ ਲੱਗਾ ਹੋਇਆ। ਉਹ ਭਰਾਈ ਵਾਂਗੂ ਗਾ ਤਾਂ ਰਹੇ ਸਨ ਉੱਚੀ ਉੱਚੀ ਵੀ ਕਈ ਜਿਸ ਦੇ ਘਰ ਹੈ ਦੇ ਜੋ ਰੱਖੀ ਆਪਣੇ ਘਰ ਹੀ ਹੋਈ ਸੀ। ਗਾ ਕੇ ਬਿਲਾਵਲ ਰਾਗ ਦੇ ਵਿੱਚ ਭਵੇਂ ਉੱਚੀ ਉੱਚੀ ਆਵਾਜ਼ ਵਿੱਚ ਕੀਰਤਨ ਸੁਣਾ ਰਹੇ ਸਨ, ਦੂਜਿਆਂ ਨੂੰ ਹੋਸ਼ਿਆਰ ਸਾਵਧਾਨ ਕਰ ਰਹੇ ਸਨ, ਪਰ ਕਈ ਦਰਅਸਲ ਆਪ ਹੀ ਲੁਕਾਈ ਹੋਈ ਸੀ। ਮਨ ਇਹਨਾਂ ਦਾ ਆਪਣਾ ਇਕਾਗਰ ਨਹੀਂ ਸੀ, ਗੁਰਬਾਣੀ 'ਚ ਟਿਕਿਆ ਨਹੀਂ ਸੀ ਹੋਇਆ। ਤਿਮ ਮੋਰੀ ਸਿੱਖੋ ਸੁਨੋ ਏਓ ਬਿਨਾ ਕਮਾਏ। ਇਹ ਮੇਰੇ ਪਿਆਰਿਓ ਗੁਰਸਿੱਖੋ ਸੁਣੋ, ਜਿਹੜਾ ਬਿਨਾ ਕਮਾਇਆ ਕਿਹਾ ਹੋਇਆ ਬੋਲ ਹੁੰਦਾ ਨਾ ਵੀ ਆਪ ਨਾ ਕਮਾਵੇ ਤੇ ਦੂਜਿਆਂ ਨੂੰ ਕਹੇ, ਇਹ ਬਚਨ ਗੁਰਦੇਵ ਨੇ ਕੱਲਾ ਰਾਗੀਆਂ ਨੂੰ ਨਹੀਂ, ਰਾਗੀ ਢਾਡੀ ਮੇਰੇ ਜੇ ਕਥਾਕਾਰ ਪ੍ਰਚਾਰਕ ਗ੍ਰੰਥੀ ਕਵੀਸ਼ਰ ਜਿੰਨੇ ਗੁਰੂ ਘਰ ਦੇ ਪ੍ਰਚਾਰਕ ਸੇਵਾ ਕਰਨ ਵਾਲੇ ਨੇ ਸਭ ਵਾਸਤੇ ਹੈ ਕਿ ਅਵਰਹ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਅਵਰ ਉਪਦੇਸਾ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਇਹ ਮਹਾਰਾਜ ਜੀ ਉਪਦੇਸ਼ ਸਾਨੂੰ ਸਾਰੀ ਪ੍ਰਚਾਰਕ ਸ਼੍ਰੇਣੀ ਨੂੰ ਦੇ ਰਹੇ ਨੇ ਕਿ ਹੋਰਨਾਂ ਨੂੰ ਉਪਦੇਸ਼ ਦਿੱਤਾ ਪਰ ਆਪ ਨਹੀਂ ਕਮਾਇਆ, ਹੋਰਨਾਂ ਨੂੰ ਡੋਂਡੀ ਪਿੱਟ ਕੇ ਆਖਿਆ ਸਾਵਧਾਨ ਹੋਸ਼ਿਆਰ, ਹੋਰਨਾਂ ਨੂੰ ਕਿਹਾ ਭਾਈ ਇਹ ਮਾੜੇ ਕਰਮ ਨੇ ਨਹੀਂ ਕਰਨੇ, ਪਰ ਆਪ ਕਮਾਈ ਨਹੀਂ ਕੀਤੀ। ਔਰ ਕਾ ਉਪਦੇਸ਼ਿਤ ਹੈ ਪਸ, ਉਹ ਪਸ਼ੂਆ ਉਹ ਜਾਨਵਰਾ, ਦੂਜਿਆਂ ਨੂੰ ਉਪਦੇਸ਼ ਦਿੰਨਾ ਕਛ ਤੋਹੇ ਪ੍ਰਬੋਧ ਨਾ ਲਾਗੋ, ਕਿ ਉਪਦੇਸ਼ ਤੇਰੇ ਲਈ ਗਿਆਨ ਦਾ ਹੀ ਨਹੀਂ ਹੈ, ਕਿ ਉਹ ਤੇਰੇ ਲਈ ਨਹੀਂ, ਕਿ ਉਹਦੀ ਕਮਾਈ ਤੈਅ ਨਹੀਂ ਕਰਨੀ। ਹੋਰਨਾਂ ਨੂੰ ਉਪਦੇਸ਼ ਦਿੰਦਾ ਹੈ। ਗੁਰੂ ਖਾਲਸਾ ਜੀ ਇਹ ਸਾਡੇ ਸਾਰੇ ਪ੍ਰਚਾਰਕ ਵੀਰਾਂ ਦਾ, ਗੁਰੂ ਘਰ ਦੇ ਜਿਹੜੇ ਪ੍ਰਚਾਰਕ ਨੇ, ਰਾਗੀ ਢਾਡੀ ਕਵੀਸ਼ਰ ਨੇ, ਸਾਡੇ ਸਾਰਿਆਂ ਦਾ ਸੋਧ ਸੁਧਈਆ ਹੋ ਰਿਹਾ ਹੈ ਕਿ ਭਾਈ ਜੋ ਉਪਦੇਸ਼ ਦਿੰਦੇ ਉਹਦੀ ਕਮਾਈ ਆਪ ਵੀ ਹੋਣੀ ਚਾਹੀਦੀ ਹੈ। ਐਸਾ ਨਹੀਂ ਕਿ ਗਿਆਨ ਦਾ ਦੀਵਾ ਦੂਸਰੇ ਲਈ ਜਗਾਇਆ ਹੋਇਆ ਤੇ ਆਪ ਹਨੇਰੇ ਦੇ ਵਿੱਚ ਹੀ ਟੁਰੇ ਫਿਰੀਏ। ਗੁਰੂ ਘਰ ਵਿੱਚ ਬੜੇ ਬੜੇ ਮਹਾਨ ਕੀਰਤਨੀ ਆਤਮਿਕ ਰਸ ਲੈਣ ਵਾਲੇ ਭਾਈ ਹੀਰਾ ਸਿੰਘ, ਭਾਈ ਸ਼ਾਮ ਸਿੰਘ ਵਰਗੇ, ਨਮਸਕਾਰ ਹੈ ਉਹਨਾਂ ਨੂੰ, ਜਿਨ੍ਹਾਂ ਨੇ ਆਪਣੇ ਕੀਰਤਨ ਤੇ ਕਥਾ ਨੂੰ ਵਪਾਰ ਨਹੀਂ, ਆਪਣੇ ਜੀਵਨ ਦਾ ਆਧਾਰ ਬਣਾਇਆ। ਪਰਾ ਲਬਦ ਜਿਹੜੀ ਹੈ ਉਹ ਤਾਂ ਮਿਲ ਹੀ ਜਾਣੀ ਹੈ, ਪੂਰੀ ਹੋ ਜਾਣੀ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਹੋਰਨਾਂ ਨੂੰ ਕਹਿ ਕੇ ਕੇਵਲ ਬਿਨਾਂ ਕਮਾਇਆ ਉਪਦੇਸ਼ ਦੇਣਾ ਸਿੱਖੋ, ਇਹ ਉਚਿਤ ਨਹੀਂ। ਪੰਡਤ ਰਾਗੀ ਜੋਤਸ਼ੀ, ਪੰਡਤ ਰਾਗੀ ਜੋਤਸ਼ੀ ਜਿੰਨੇ ਹਨ ਪ੍ਰੇਰਕ ਬਨ ਆਏ, ਉਹ ਦੂਸਰਿਆਂ ਨੂੰ ਪ੍ਰੇਰਦੇ ਬਣਾਉਂਦੇ ਹਨ। ਅਪਰਨ ਕੋ ਸਮਝਾਵੇ, ਹੋਰਾਂ ਨੂੰ ਤਾਂ ਸਮਝਾਉਂਦੇ ਨੇ ਉਪਦੇਸ਼ ਦੇ ਕੇ, ਮੈਂ ਆਪ ਕਮਾਵੇ ਪਰ ਆਪ ਨਹੀਂ ਕਮਾਉਂਦੇ। ਵੱਡੇ ਮਹਾਂਪੁਰਸ਼ ਇੱਕ ਬਚਨ ਸੁਣਾਇਆ ਕਰਦੇ, ਉਹ ਭਾਵਨਾ ਮੇਰੇ ਹਿਰਦੇ ਵਿੱਚ ਵੀ ਹੈ। ਇੱਕ ਪੰਡਤ ਜੀ ਕਥਾ ਕਰਿਆ ਕਰਦੇ, ਇੱਕ ਗੁਜਰੀ ਦੁੱਧ ਵੇਚਣ ਆਉਂਦੀ ਕਥਾ ਸੁਣਨ ਲੱਗ ਪਈ। ਪੰਡਤ ਜੀ ਕਥਾ ਕਰ ਰਹੇ ਸਨ ਕਿ ਰਾਮ ਰਾਮ ਕਰਦਿਆਂ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਬਸ ਇਸ ਗੱਲ ਨੂੰ ਉਸ ਗੁਜਰੀ ਨੇ ਭੋਲੇ ਪਾ ਹਿਰਦੇ ਵਿੱਚ ਪੱਲੇ ਬੰਨ ਲਿਆ, ਰਾਮ ਰਾਮ ਜਪਣਾ ਸ਼ੁਰੂ ਕਰ ਦਿੱਤਾ। ਰੋਜ਼ ਰਸਤੇ ਵਿੱਚ ਇੱਕ ਨਦੀ ਪਾਰ ਕਰਕੇ ਆਉਂਦੀ ਸੀ। ਇੱਕ ਦਿਨ ਮਨ ਚ ਆਇਆ ਵੀ ਰਾਮ ਰਾਮ ਕਰਦਿਆਂ ਤਾਂ ਸਮੁੰਦਰ ਤਰ ਜਾਈਦਾ ਸੰਸਾਰ ਦਾ, ਇਹ ਤਾਂ ਨਦੀ ਹੈ। ਪਰਮੇਸ਼ਰ ਦੇ ਭਜਨ ਤੇ ਇਹੋ ਜਿਹਾ ਰਾਮ ਨਾਮ ਤੇ ਭਰੋਸਾ ਬੱਝਾ, ਨਦੀ ਦੇ ਪਾਣੀ ਦੇ ਉੱਤੋਂ ਤੁਰ ਕੇ ਲੰਘਣ ਲੱਗ ਪਈ। ਨਾਮ ਦੀ ਕਮਾਈ ਕਰਦਿਆਂ ਕਰਦਿਆਂ ਆਤਮਿਕ ਗਿਆਨ ਦੀ ਸੋਝੀ ਹੋਈ, ਹਿਰਦੇ ਦੇ ਭਰਮ ਦੇ ਪਰਦੇ ਨਿਰਵਿਰਤ ਹੋਏ।
ਇੱਕ ਦਿਨ ਮਨ 'ਚ ਸੋਚਿਆ ਵੀ ਜਿਸ ਨੇ ਮੈਨੂੰ ਪ੍ਰੇਰ ਕੇ ਇਸ ਪਾਸੇ ਲਾਇਆ, ਉਸ ਪੰਡਤ ਜੀ ਨੂੰ ਘਰੇ ਬੁਲਾ ਕੇ ਉਹਨਾਂ ਦਾ ਭੋਜਨ ਛਕਾ ਕੇ ਸੇਵਾ ਟਹਿਲ ਕਰਾਂ, ਦੁੱਧ ਛਕਾਵਾਂ। ਪੰਡਤ ਜੀ ਨੂੰ ਆ ਕੇ ਬੇਨਤੀ ਕੀਤੀ, ਪੰਡਤ ਜੀ ਮੇਰਾ ਜੀਵਨ ਬਦਲਿਆ ਤੁਹਾਡੇ ਬਚਨ ਸੁਣ ਕੇ, ਮੇਰੀ ਬੇਰਸੀ ਜ਼ਿੰਦਗੀ ਵਿੱਚ ਰਸ ਭਰ ਆਇਆ ਹੈ, ਕਿਰਪਾ ਕਰੋ ਮੇਰੇ ਨਾਲ ਮੇਰੇ ਘਰ ਚੱਲ ਕੇ ਭੋਜਨ ਗ੍ਰਹਿਣ ਕਰੋ। ਭਾਵੇਂ ਮੈਂ ਗੁਜਰੀ ਜਾਤ ਹਾਂ, ਪਰ ਮੈਂ ਉੱਤਮਤਾਈ ਨਾਲ ਪਵਿੱਤਰਤਾਈ ਨਾਲ ਭੋਜਨ ਤਿਆਰ ਕੀਤਾ। ਪੰਡਤ ਜੀ ਨੇ ਇਹਦੀ ਭਾਵਨਾ ਵੇਖੀ, ਨਾਲ ਚੱਲ ਪਏ। ਜਦੋਂ ਟੁਰ ਪਏ, ਰਸਤੇ 'ਚ ਨਦੀ ਆਉਂਦੀ ਸੀ, ਕਹਿੰਦੀ ਚਲੋ ਮਹਾਰਾਜ ਜੀ ਇਹਦੇ ਤੋਂ ਰਾਮ ਰਾਮ ਕਰਕੇ ਲੰਘ ਕੇ ਜਾਣਾ। ਪੰਡਤ ਜੀ ਨੇ ਆਖਿਆ ਨਦੀ ਦਾ ਪਾਣੀ ਡੂੰਘਾ, ਕੋਈ ਬੇੜਾ ਹੋਵੇ, ਕੋਈ ਕਿਸ਼ਤੀ ਹੋਵੇ, ਉਹਦੇ ਤੇ ਬਹਿ ਕੇ ਪਾਰ ਉਤਰੀਏ। ਕਹਿਣ ਲੱਗੀ ਪੰਡਤ ਜੀ ਆਪ ਜੀ ਨੇ ਕਿਹਾ ਸੀ ਰਾਮ ਰਾਮ ਕਰਦਿਆਂ ਭਵ ਸਾਗਰ ਤਰ ਜਾਈਦਾ, ਮੈਂ ਤਾਂ ਰੋਜ਼ ਰਾਮ ਨਾਮ ਕਰਦਿਆਂ ਇਹਦੇ ਤੋਂ ਤਰ ਕੇ ਜਾਣੀ, ਤੇ ਛੋਟੀ ਜੀ ਨਦੀ ਹੈ। ਪੰਡਤ ਜੀ ਸੋਚਣ ਵੀ ਕਿਹਾ ਤਾਂ ਮੈਂ ਹੀ ਸੀ, ਪਰ ਮੇਰੇ ਮਨ 'ਚ ਉਸ ਕਹੇ ਹੋਏ ਤੇ ਭਰੋਸਾ ਨਹੀਂ ਸੀ। ਇਹਦੇ ਮਨ 'ਚ ਭਰੋਸਾ ਵੱਜ ਗਿਆ, ਹੁਣ ਨਾ ਕਹਿਣ ਜੋਗੇ ਵੀ ਇਹਨੂੰ ਕੀ ਜਵਾਬ ਦਿਆਂ। ਚੱਲ ਪਏ, ਪਰ ਮਨ 'ਚ ਉਸ ਕਹੇ ਹੋਏ ਬਚਨ ਤੇ ਰਾਮ ਨਾਮ ਤੇ ਭਰੋਸਾ ਨਾ ਹੋਣ ਕਰਕੇ ਪੰਡਤ ਜੀ ਰੁੜਨ ਲੱਗੇ। ਗੁਜਰੀ ਤਰੀ ਜਾਂਦੀ ਹੈ, ਪਾਰਲੇ ਪਾਸੇ ਜਾਈ ਜਾ ਰਹੀ ਹੈ। ਪੰਡਤ ਜੀ ਨੇ ਆਖਿਆ ਮੈਂ ਚੱਲਿਆ ਰੁੜ ਕੇ। ਇਹਨੇ ਬਾਂਹ ਫੜੀ ਪੰਡਤ ਜੀ ਦੀ, ਲੈ ਕੇ ਖਿੱਚ ਕੇ ਪਾਰਲੇ ਪਾਸੇ ਲੈ ਗਈ। ਗੁਰੂ ਖਾਲਸਾ ਜੀ ਕਥਾ ਕਰਨ ਵੇਲੇ ਇਹੀ ਭਾਵਨਾ ਮੇਰੇ ਹਿਰਦੇ ਵਿੱਚ ਵੀ ਹੈ ਕਿ ਤੁਹਾਡੇ 'ਚੋਂ ਕੋਈ ਸਰੋਤਾ ਉਸ ਕਥਾ ਨੂੰ ਸੁਣ ਕੇ ਆਪਣਾ ਜੀਵਨ ਤਬਦੀਲ ਕਰ ਲਵੇ। ਹੋ ਸਕਦਾ ਸਾਡੇ ਵਰਗਿਆਂ ਦੀ ਵੀ ਕੋਈ ਡੁੱਬਦਿਆਂ ਦੀ ਬਾਂਹ ਫੜ ਕੇ ਪਾਰ ਉਤਾਰ ਦੇਵੇ। ਨਹੀਂ ਤਾਂ ਜੋ ਬਚਨ ਸਾਡੇ ਵੱਲੋਂ ਕਹੇ ਜਾਂਦੇ ਹਨ ਸੰਪੂਰਨ ਰੂਪ ਵਿੱਚ ਨਹੀਂ ਕਮਾਏ ਜਾਂਦੇ। ਪਰ ਧੰਨ ਹਨ ਉਹ ਸਰੋਤੇ ਜਿਹੜੇ ਸੁਣ ਕੇ ਉਹਨਾਂ ਬਚਨਾਂ ਦੀ ਕਮਾਈ ਕਰਕੇ ਆਪਣੇ ਜੀਵਨ ਵਿੱਚ ਢਾਲਦੇ ਹਨ। ਤਿਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ, ਵੰਦਨਾ ਹੈ। ਕਲਗੀਧਰ ਸਵਾਮੀ ਸਾਡਾ ਸਾਰਿਆਂ ਦਾ ਸੋਧ ਸੁਧਈਆ ਕਰਦੇ ਨੇ। ਕਹਿੰਦੇ ਭਾਈ ਅਪਰਨ ਕੋ ਸਮਝਾਵਹੀਂ, ਹੋਰਾਂ ਨੂੰ ਸਮਝਾਉਂਦੇ ਹਨ ਪਰ ਆਪ ਨਹੀਂ ਕਮਾਉਂਦੇ। ਪਹੁੰਚੇ ਪੁੱਛੀ ਪੁੱਛ ਕੇ ਰਹਿ ਠੌਰ ਬਤਾਵੇ। ਕਹਿੰਦੇ ਬੈਠਾ ਸੀ ਰਸਤੇ ਦੇ ਉੱਤੇ, ਕੋਈ ਮੁਸਾਫਰ ਲੰਘਿਆ ਜਾਂਦਾ, ਉਹਨੇ ਪੁੱਛਿਆ ਰਾਹ ਕਿੱਧਰ ਜਾਂਦਾ ਹੈ? ਉਹਨੇ ਆਖਿਆ ਵੀ ਫਲਾਣੀ ਥਾਂ ਤੇ। ਵੀ ਕਿੱਧਰ ਨੂੰ ਜਾ? ਮੈਂ ਫਲਾਣੀ ਥਾਂ ਜਾਣਾ, ਕਿਹੜਾ ਰਸਤਾ? ਉਹਨੇ ਬੈਠੇ ਨੇ ਦੱਸ ਦਿੱਤਾ ਵੀ ਇੱਧਰ ਨੂੰ। ਉਹ ਜਿਹੜਾ ਪੁੱਛ ਕੇ ਚੱਲਣ ਵਾਲਾ ਉਹ ਤਾਂ ਪਹੁੰਚ ਗਿਆ, ਜਿਹੜਾ ਦੱਸਣ ਵਾਲਾ ਉੱਥੇ ਹੀ ਬੈਠਾ ਰਹਿ ਗਿਆ। ਜਿਹਨੇ ਰਾਹ ਦੱਸਿਆ ਉਹ ਉੱਥੇ ਹੀ ਬੈਠਾ ਰਹਿ ਗਿਆ, ਤੇ ਜਿਹੜਾ ਪੁੱਛਦਾ ਪੁਛਾਉਂਦਾ ਉਹ ਚੱਲ ਕੇ ਉੱਥੇ ਪਹੁੰਚ ਗਿਆ। ਏਦਾਂ ਭਾਈ ਸਰੋਤੇ ਪੁੱਛ ਪਛਾ ਕੇ ਪਹੁੰਚ ਜਾਂਦੇ ਆ, ਵਕਤੇ ਉੱਥੇ ਹੀ ਬੈਠੇ ਰਹਿ ਜਾਂਦੇ ਹਨ। ਐਸੀ ਬਣੀ ਬਤਾਉਨੀ ਬਿਰਲਾ ਸਮਝੰਤਾ। ਇਹ ਬਤਾਉਨੀ ਇਹ ਬਾਤ ਬਣੀ ਹੋਈ ਹੈ, ਕੋਈ ਵਿਰਲਾ ਹੀ ਸਮਝਦਾ ਇਸ ਬਾਤ ਨੂੰ, ਇਸ ਭੇਦ ਨੂੰ, ਇਸ ਗੱਲ ਨੂੰ ਤਾਂ ਕੋਈ ਵਿਰਲਾ ਜਾਣਦਾ। ਸਮਝੇ ਗੋ ਸੋ ਤਰੇ ਗੋ ਸੁਨੀਏ ਸਿੱਖ ਸੰਤਾ। ਐ ਮੇਰੇ ਸਿੱਖ ਸੰਤੋ, ਜਿਹੜਾ ਇਸ ਬਚਨ ਨੂੰ ਸਮਝੇਗਾ ਉਹ ਤਰ ਜਾਏਗਾ। ਮੇਰੇ ਉਹ ਪ੍ਰਚਾਰਕ ਸਿੱਖ ਵੀ ਤਰ ਜਾਣਗੇ, ਰਾਗੀ ਢਾਡੀ ਸਭ ਤਰ ਜਾਣਗੇ ਜੇ ਇਸ ਬਚਨ ਨੂੰ ਸਮਝ ਲੈਣ ਕਿ ਜੇ ਉਪਦੇਸ਼ ਅਸੀਂ ਦੂਸਰਿਆਂ ਨੂੰ ਸੁਣਾ ਰਹੇ ਹਾਂ, ਇਹ ਕੀਰਤਨ ਜੋ ਦੂਸਰਿਆਂ ਨੂੰ ਸੁਣਾ ਰਹੇ ਹਾਂ ਮੇਰੇ ਆਪਣੇ ਨਿਜ ਮਨ ਵਾਸਤੇ ਵੀ ਹੈ, ਇਹ ਮੇਰੀ ਆਪਣੀ ਨਿਜ ਆਤਮਾ ਵਾਸਤੇ ਵੀ ਹੈ। ਕਹਿਓ ਪਾਰ ਨੇ ਪਰਤ ਹੈ ਤਰ ਹੈ ਨੇ ਜੋਲੋ। ਤੇ ਜਦੋਂ ਤੱਕ ਕੋਈ ਹਿਰਦੇ ਚ ਵਸਾਵੇ ਨਾ, ਕਮਾਈ ਨਾ ਕਰੇ, ਉਦੋਂ ਤੱਕ ਪਾਰ ਉਤਾਰਾ ਨਹੀਂ ਹੋਣਾ। ਜਬ ਲੋ ਸ਼ਾਂਤ ਨਾ ਪ੍ਰਾਪਤੀ ਕੈ ਫੋਕਟ ਤੋਲੋ। ਜਦੋਂ ਤੱਕ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਨਹੀਂ, ਮੁਖ ਦੇ ਵਿੱਚੋਂ ਕੇਵਲ ਗਿਆਨ ਦੀ ਬਾਤ ਕਹੀ ਜਾ ਰਹੀ ਹੈ, ਉਹ ਛੂਛਾ ਘੱਟ ਬੋਲਣ ਦੇ ਤੁਲ ਹੈ, ਖਾਲੀ ਘੜਾ ਬੋਲਣ ਦੇ ਤੁਲ ਹੈ। ਗੁਰ ਸਾਚਾ ਜਿਨ ਕੋ ਮਿਲੇ ਸੇ ਬਖਸ਼ੇ ਜੈ ਹੈ। ਜਿਨ੍ਹਾਂ ਨੂੰ ਪੂਰਾ ਸੱਚਾ ਗੁਰੂ ਮਿਲਦਾ ਗੁਰਮੁਖੋ ਬਖਸ਼ੇ ਜਾਂਦੇ ਹਨ, ਉਹਨਾਂ ਨੂੰ ਮੇਰੇ ਪਾਤਸ਼ਾਹ ਬਖਸ਼ ਲੈਂਦੇ ਨੇ, ਐਸੇ ਬਖਸ਼ਾਂਦ ਹਨ। ਪੁੰਜ ਪੁੰਨ ਹੋਏ ਪ੍ਰਥਮ ਕੇ ਤਬ ਸੋ ਸਮਝੇ ਹੈ। ਪੂਰਬਲੇ ਜਨਮਾਂ ਦੇ ਕੋਈ ਚੰਗੇ ਕਰਮ ਅੱਗੇ ਆਉਣ,
ਤਾਂ ਇਹਨਾਂ ਗੱਲਾਂ ਦੀ ਸਮਝ ਪੈਂਦੀ ਹੈ, ਸੋਝੀ ਪੈਂਦੀ ਹੈ। ਇਮ ਸਤਿਗੁਰ ਸ਼ੁਭ ਪੰਥ ਮੈਂ ਨਿਜ ਦਾਸ ਚਲਾਵੇ। ਇਹਨਾਂ ਸਤਿਗੁਰੂ ਐਸੇ ਉਪਦੇਸ਼ ਦੇ ਕੇ ਆਪਣੇ ਸੇਵਕਾਂ ਦਾਸਾਂ ਨੂੰ ਆਪਣੇ ਦੱਸੇ ਹੋਏ ਰਾਹ ਤੇ ਚਲਾਉਂਦੇ ਨੇ, ਟੋਰਦੇ ਨੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ, ਜੋ ਮੰਨੇ ਸੋ ਪਾਰ ਹੋਏ ਪੁਨ ਜਨਮ ਨ ਪਾਵੇ। ਜਿਹੜਾ ਕਲਗੀਧਰ ਦੇ ਬਚਨਾਂ ਨੂੰ ਸੁਣ ਕੇ ਮੰਨੇਗਾ ਉਹ ਇਸ ਭਾਵ ਸਾਗਰ ਤੋਂ ਪਾਰ ਉਤਰ ਜਾਏਗਾ, ਉਹਨੂੰ ਮੁੜ ਕੇ ਜਨਮ ਮਰਨ ਦੇ ਗੇੜਿਆਂ 'ਚ ਨਹੀਂ ਆਉਣਾ ਪਵੇਗਾ। ਜਿਹੜਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਬਚਨਾਂ ਨੂੰ ਸੁਣ ਕੇ ਮੰਨੇਗਾ, ਕਮਾਵੇਗਾ।